Hello dear students, how are you all? Welcome back to the session of class 7th math subject. Dear students, today we will discuss about our next chapter number 3 that is data handling. मतलब कि ਅਸੀਂ ਇਸ ਵੀਡੀਓ ਲੈਕਚਰ ਦੇ ਵਿੱਚ ਅੰਕੜਿਆਂ ਦਾ ਪ੍ਰਬੰਧਨ ਚੈਪਟਰ ਬਾਰੇ ਡਿਸਕਸ ਕਰਾਂਗੇ ਤੇ ਵਿਦਿਆਰਥੀਓ ਅੱਜ ਅਸੀਂ ਐਕਸਰਸਾਈਜ਼ ਨੰਬਰ 1 3.1 ਜਿਹੜੀ ਹੈ ਉਹ ਡਿਸਕਸ ਕਰਨੀ ਹੈ। ਤੇ ਵਿਦਿਆਰਥੀਓ ਅੰਕੜਿਆਂ ਤੋਂ ਭਾਵ ਹੁੰਦਾ ਹੈ ਡਾਟਾ, ਠੀਕ ਹੈ। ਤੇ ਵਿਦਿਆਰਥੀਓ ਅੰਕੜਿਆਂ ਵਿੱਚ ਦਿੱਤੀ ਹਰੇਕ ਸੰਖਿਆ ਨੂੰ ਅਸੀਂ ਵਿੱਚੋਂ ਪ੍ਰੀਖਣ ਆਖਦੇ ਹਾਂ, ਠੀਕ ਹੈ। ਮਤਲਬ ਇੱਥੇ ਤੁਸੀਂ ਨੋਟ ਕਰਨਾ ਹੈ ਕਿ ਅੰਕੜਿਆਂ ਦੇ ਵਿੱਚ ਜਿਹੜੀ ਹਰ ਸੰਖਿਆ ਹੁੰਦੀ ਹੈ ਉਸ ਨੂੰ ਅਸੀਂ ਕੀ ਆਖਦੇ ਹਾਂ? ਪ੍ਰੀਖਣ, ਠੀਕ ਹੈ। ਪ੍ਰੀਖਣ ਤੋਂ ਭਾਵ ਹੁੰਦਾ ਹੈ ਆਬਜ਼ਰਵੇਸ਼ਨਸ, ਓਕੇ। ਉਸ ਤੋਂ ਬਾਅਦ ਵਿਦਿਆਰਥੀਓ ਜਿੰਨੀ ਵਾਰ ਇੱਕ ਖਾਸ ਪ੍ਰੀਖਣ ਆਉਂਦਾ ਹੈ, ਠੀਕ ਹੈ, ਜਿੰਨੀ ਵਾਰ ਵੀ ਨੰਬਰ ਆਫ ਟਾਈਮਸ ਜਿੰਨੀ ਵਾਰ ਉਹ ਆਉਂਦਾ ਹੈ ਉਸ ਨੂੰ ਅਸੀਂ ਪ੍ਰੀਖਣਾਂ ਦੀ ਗਿਣਤੀ ਨੂੰ ਵਿੱਚੋਂ ਜਿੰਨੀ ਵਾਰ ਉਹ ਆਉਂਦਾ ਹੈ ਉਹਨੂੰ ਅਸੀਂ ਕਹਿੰਦੇ ਹਾਂ ਬਾਰੰਬਾਰਤਾ, ਯਾਨੀ ਕਿ ਫ੍ਰੀਕੁਐਂਸੀ। ਇੰਗਲਿਸ਼ ਵਿੱਚ ਇਹਨੂੰ ਕੀ ਕਹਿੰਦੇ ਨੇ? ਫ੍ਰੀਕੁਐਂਸੀ ਆਖਦੇ ਹਾਂ, ਠੀਕ ਹੈ। ਉਸ ਤੋਂ ਬਾਅਦ ਵਿਦਿਆਰਥੀਓ ਨੈਕਸਟ 2-3 ਫਾਰਮੂਲੇ ਨੇ ਜਿਹੜੇ ਕਿ ਇਸ ਐਕਸਰਸਾਈਜ਼ ਨਾਲ ਸੰਬੰਧਿਤ ਹੋਣਗੇ, ਉਹ ਤੁਹਾਨੂੰ ਆਉਣੇ ਚਾਹੀਦੇ ਨੇ। ਤਾਂ ਸਭ ਤੋਂ ਪਹਿਲਾਂ ਇਹਦੇ ਵਿੱਚ ਫਾਰਮੂਲਾ ਹੈ ਮੱਧਮਾਨ ਦਾ। ਮੱਧਮਾਨ ਐਕਚੁਅਲ ਵਿੱਚ ਹੁੰਦਾ ਕੀ ਹੈ? ਮੱਧਮਾਨ ਨੂੰ ਅਸੀਂ ਮੀਨ ਆਖਦੇ ਹਾਂ, ਜਿਸ ਦਾ ਫਾਰਮੂਲਾ ਹੈ ਪ੍ਰੀਖਣਾਂ ਦੀ ਗਿਣਤੀ, ਠੀਕ ਹੈ। ਪ੍ਰੀਖਣਾਂ ਦਾ ਜੋੜ, ਪ੍ਰੀਖਣਾਂ ਦਾ ਜੋੜ, ਜਿੰਨੇ ਪ੍ਰੀਖਣ ਦਿੱਤੇ ਨੇ ਯਾਨੀ ਕਿ ਜਿੰਨੀਆਂ ਆਬਜ਼ਰਵੇਸ਼ਨ ਹੈਗੀਆਂ ਉਹਨਾਂ ਸਾਰਿਆਂ ਨੂੰ ਜੋੜ ਦੇਣਾ ਹੈ, ਬਟਾ ਥੱਲੇ ਕੀ ਆਣਾ ਹੈ? ਪ੍ਰੀਖਣਾਂ ਦੀ ਗਿਣਤੀ, ਠੀਕ ਹੈ। ਪ੍ਰੀਖਣਾਂ ਦਾ ਯਾਨੀ ਕਿ ਨੰਬਰ ਆਫ ਆਬਜ਼ਰਵੇਸ਼ਨ, ਪ੍ਰੀਖਣਾਂ ਦੀ ਗਿਣਤੀ, ਇਹ ਸਾਡਾ ਵਿੱਚੋਂ ਫਾਰਮੂਲਾ ਹੋਏਗਾ, ਠੀਕ ਹੈ। ਤਾਂ ਆਓ ਇਹਦੇ ਐਕਸਰਸਾਈਜ਼ ਨੰਬਰ 3.1 ਦਾ ਪਹਿਲਾ ਸਵਾਲ ਜਿਹੜਾ ਹੈ ਉਹਦੇ ਵਿੱਚ ਹੈ ਕਿ ਅੰਕੜਿਆਂ ਦਾ ਮੱਧਮਾਨ ਪਤਾ ਕਰੋ, ਯਾਨੀ ਕਿ ਮੀਨ ਪਤਾ ਕਰਨਾ ਹੈ। ਤੇ ਵਿਦਿਆਰਥੀਓ ਮੀਨ ਪਤਾ ਕਰਨ ਲਈ ਇਹਦੇ ਵਿੱਚ ਜੋ ਤੁਹਾਨੂੰ ਅੰਕੜੇ ਦਿੱਤੇ ਨੇ ਉਹਨਾਂ ਦਾ ਸਭ ਤੋਂ ਪਹਿਲਾਂ ਤੁਸੀਂ ਜੋੜ ਕਰ ਲੈਣਾ ਹੈ। ਕੱਢਣਾ ਕੀ ਹੈਗਾ? ਮੀਨ। ਮੀਨ ਤੋਂ ਭਾਵ ਹੈ ਮੱਧਮਾਨ। ਕਿੱਦਾਂ ਫਾਈਂਡ ਆਊਟ ਕਰੋਗੇ? ਸਾਰਿਆਂ ਨੂੰ ਪਹਿਲਾਂ ਜੋੜ ਲੈਣਾ ਹੈ, ਜਿੱਦਾਂ ਕਿ 3 + 5 + 7 + 9 + 11 + 13 + 15, ਠੀਕ ਹੈ। ਹੁਣ ਇਹ ਕਿੰਨੀਆਂ ਆਬਜ਼ਰਵੇਸ਼ਨਸ ਨੇ? ਇਹ ਟੋਟਲ ਵਿੱਚੋਂ 7 ਆਬਜ਼ਰਵੇਸ਼ਨ ਨੇ। 7 ਨਾਲ ਇਹਨੂੰ ਡਿਵਾਈਡ ਕਰ ਦੇਣਾ, 63/7 ਤੁਹਾਨੂੰ 9 ਪ੍ਰਾਪਤ ਹੋਏਗਾ, ਜੋ ਕਿ ਇਹਦਾ ਮੱਧਮਾਨ ਹੈ। ਇਹਦਾ ਹੀ ਵਿੱਚੋਂ ਬੀ ਪਾਰਟ ਹੈ। ਬੀ ਪਾਰਟ ਕਿਵੇਂ ਕਰਨਾ ਹੈ? ਇਹਦਾ ਵੀ ਮੱਧਮਾਨ ਕੱਢਣਾ ਹੈ। ਸਾਰੇ ਅੰਕੜਿਆਂ ਦਾ ਜੋੜ, ਯਾਨੀ ਕਿ ਜੋ ਤੁਹਾਨੂੰ ਗਿਵਨ ਹੈਗਾ ਡਾਟਾ 40 + 30 + 30 0 + 26 + 60, ਠੀਕ ਹੈ। ਤੋ ਵਿਦਿਆਰਥੀਓ ਸਾਰਿਆਂ ਨੂੰ ਜੋੜਨ ਤੋਂ ਬਾਅਦ ਇਹਨੂੰ ਡਿਵਾਈਡ ਤੁਸੀਂ 6 ਨਾਲ ਕਰਨਾ ਹੈ, ਕਿਉਂਕਿ 6 ਪ੍ਰੀਖਣ ਹੈਗੇ ਨੇ। ਤੋ 180/6 ਬਰਾਬਰ ਕਿੰਨਾ ਆ ਜਾਊਗਾ? ਇਹ ਆ ਜਾਏਗਾ 31, ਯਾਨੀ ਕਿ 31 ਜਿਹੜਾ ਇਹਦਾ ਆਨਸਰ ਆਏਗਾ, ਓਕੇ। ਤੋ ਇਹ ਵਿਦਿਆਰਥੀਓ ਫਸਟ ਸਮ ਸੀ। ਸੈਕਿੰਡ ਸਮ ਕੀ ਹੈ? ਸੈਕਿੰਡ ਸਮ ਹੈਗਾ ਪਹਿਲੀਆਂ 5 ਪੂਰਨ ਸੰਖਿਆਵਾਂ ਦਾ ਮੱਧਮਾਨ ਪਤਾ ਕਰੋ। ਦੇਖੋ ਪੂਰਨ ਸੰਖਿਆਵਾਂ ਨੂੰ ਵਿੱਚੋਂ ਅਸੀਂ ਆਖਦੇ ਹਾਂ, ਪੂਰਨ ਸੰਖਿਆਵਾਂ ਤੋਂ ਭਾਵ ਹੁੰਦਾ ਹੈ ਹੋਲ ਨੰਬਰਸ, ਠੀਕ ਹੈ। ਕੀ ਕਹਿੰਦੇ ਹਨ? ਹੋਲ ਨੰਬਰਸ। ਹੋਲ ਨੰਬਰ ਵਿੱਚੋਂ 0 ਤੋਂ ਸ਼ੁਰੂ ਹੁੰਦੇ ਨੇ। ਪਹਿਲੀਆਂ 5 ਦੀ ਗੱਲ ਕੀਤੀ ਗਈ ਹੈ, ਤਾਂ ਪਹਿਲੇ 5 ਪੂਰਨ ਸੰਖਿਆਵਾਂ ਨੇ 0 1 2 3 ਤੇ 4, ਠੀਕ ਹੈ। ਪਹਿਲੀਆਂ 5 ਯਾਨੀ ਕਿ 0 ਨੂੰ ਵੀ ਤੁਸੀਂ ਇਨਕਲੂਡ ਕਰਨਾ ਹੈ। ਤਾਂ ਮੱਧਮਾਨ ਕੱਢਣ ਲੱਗੇ ਕੀ ਕਰਨਾ ਹੈ? ਇਹਨਾਂ ਸਾਰਿਆਂ ਨੂੰ ਜੋੜ ਕੇ ਬਟਾ 5 ਕਰ ਦੇਣਾ ਹੈ। ਜਦੋਂ ਤੁਸੀਂ ਜੋੜੋਗੇ ਤਾਂ ਵਿੱਚੋਂ ਤੁਹਾਨੂੰ 10 ਪ੍ਰਾਪਤ ਹੋਏਗਾ। 10/5 ਬਰਾਬਰ ਆ ਗਿਆ 2। ਤੋਂ ਇਹਦਾ ਮੱਧਮਾਨ ਜਿਹੜਾ ਆ ਕਿੰਨਾ ਆਏਗਾ? 2 ਆਏਗਾ, ਠੀਕ ਹੈ। ਤੋ ਇਹ ਵਿੱਚੋਂ ਥਰਡ ਸਮ ਸੀਗਾ। ਉਸ ਤੋਂ ਬਾਅਦ ਹੁਣ ਸੈਕਿੰਡ ਸਮ ਸੀ। ਇਸ ਤੋਂ ਬਾਅਦ ਹੁਣ ਥਰਡ ਸਮ ਹੈ ਕਿ ਇੱਕ ਬੱਲੇਬਾਜ਼ ਨੇ 6 ਪਾਰੀਆਂ ਵਿੱਚ ਹੇਠਾਂ ਲਿਖੇ ਅਨੁਸਾਰ ਦੌੜਾਂ ਬਣਾਈਆਂ। ਇੱਕ ਬੈਟਸਮੈਨ ਹੈ, ਉਸ ਬੈਟਸਮੈਨ ਨੇ ਇੱਕ ਸੀਰੀਜ਼ ਦੇ ਵਿੱਚ 6 ਮੈਚ ਖੇਲੇ, ਤਾਂ 6 ਮੈਚਾਂ ਦੇ ਵਿੱਚ ਹੁਣ ਕਿੰਨੀਆਂ ਦੌੜਾਂ ਬਣਾਈਆਂ? 36 35 50 46 60 ਤੇ 55, ਠੀਕ ਹੈ। ਤੋ ਵਿਦਿਆਰਥੀਓ ਹੁਣ ਅਗਰ ਅਸੀਂ ਮੱਧਮਾਨ ਕੱਢਣਾ ਤਾਂ ਸਾਰੇ ਪ੍ਰੀਖਣਾਂ ਦਾ ਜੋੜ, ਯਾਨੀ ਕਿ ਤੁਸੀਂ ਐਵਰੇਜ ਯਾਨੀ ਕਿ ਮੀਨ ਜਾਂ ਫਿਰ ਅਸੀਂ ਇਹ ਕਹਿ ਦਈਏ ਮੱਧਮਾਨ ਫਾਈਂਡ ਆਊਟ ਕਰਨਾ ਹੈ। ਸਾਰਿਆਂ ਨੂੰ ਜੋੜ ਦੇਣਾ ਹੈ ਬਟਾ 6। ਕਿੰਨੀਆਂ ਪਾਰੀਆਂ ਨੇ? 6। ਤੋ 282/6 ਬਰਾਬਰ ਆ ਗਿਆ 47 ਦੇ। ਤੋ ਇਹਦਾ ਆਨਸਰ 47 ਆਏਗਾ, ਠੀਕ ਹੈ। ਉਸ ਤੋਂ ਬਾਅਦ ਨੈਕਸਟ ਜਿਹੜਾ ਸਮ ਹੈ ਉਹ ਹੈਗਾ ਵਿੱਚੋਂ ਸਮ ਨੰਬਰ 4, ਜਿਹਦੇ ਵਿੱਚ ਇੱਕ ਸਕੂਲ ਦੇ 10 ਅਧਿਆਪਕਾਂ ਦੀ ਉਮਰ ਹੇਠਾਂ ਲਿਖੇ ਅਨੁਸਾਰ ਹੈ। 10 ਅਧਿਆਪਕਾਂ ਦੀ ਉਮਰ ਵਿੱਚੋਂ ਦਿੱਤੀ ਹੋਈ ਹੈ ਤੇ ਤੁਸੀਂ ਫਾਈਂਡ ਆਊਟ ਕਰਨਾ ਸਭ ਤੋਂ ਵਡੇਰੀ ਤੇ ਸਭ ਤੋਂ ਛੋਟੀ ਉਮਰ ਵਾਲੇ ਅਧਿਆਪਕ ਦੀ ਉਮਰ ਕਿੰਨੀ ਹੈ। ਪਹਿਲਾਂ ਦੇ ਵਿੱਚੋਂ ਇਹਨੂੰ ਅਸੈਂਡਿੰਗ ਆਰਡਰ 'ਚ ਲਿਖ ਲਓ, ਜ਼ਿਆਦਾ ਵਧੀਆ ਹੈ, ਠੀਕ ਹੈ। ਅਸੈਂਡਿੰਗ ਆਰਡਰ ਦਾ ਮਤਲਬ ਹੁੰਦਾ ਵਾਧੇ ਕ੍ਰਮ ਦੇ ਵਿੱਚ, ਠੀਕ ਹੈ। ਵਾਧੇ ਕ੍ਰਮ ਦੇ ਵਿੱਚ ਜਦੋਂ ਤੁਸੀਂ ਲਿਖੋਗੇ ਤਾਂ ਵਿੱਚੋਂ ਪਹਿਲਾ ਆ ਗਿਆ 23, ਫਿਰ ਆ ਗਿਆ 26, ਉਸ ਤੋਂ ਬਾਅਦ 28, ਫਿਰ ਆ ਜਾਏਗਾ ਵਿੱਚੋਂ 32, ਫਿਰ ਆ ਜਾਏਗਾ 33, ਫਿਰ ਉਸ ਤੋਂ ਬਾਅਦ ਕੀ ਹੈ 35, ਉਸ ਤੋਂ ਬਾਅਦ 38, ਫਿਰ ਆ ਗਿਆ 40, ਉਸ ਤੋਂ ਬਾਅਦ 41, ਫਿਰ 54, ਠੀਕ ਹੈ। ਹੁਣ ਜਿੱਦਾਂ ਕੁਐਸਚਨ ਪੁੱਛਿਆ ਉੱਦਾਂ ਦਾ ਆਨਸਰ ਦੇਈ ਜਾਣਾ। ਸਭ ਤੋਂ ਵਡੇਰੀ ਉਮਰ ਵਾਲਾ ਕੌਣ ਹੈ? 54, ਠੀਕ ਹੈ। ਸਭ ਤੋਂ ਵਡੇਰੀ ਓਲਡੈਸਟ ਟੀਚਰ ਜਿਹੜਾ ਉਹ 54 ਸਾਲ ਦੇ
ਓਕੇ। ਉਸ ਤੋਂ ਬਾਅਦ ਸਭ ਤੋਂ ਛੋਟੀ ਉਮਰ ਦੇ ਅਧਿਆਪਕ ਜਿਹੜੇ ਆ ਉਹਨਾਂ ਦੀ ਉਮਰ ਕਿੰਨੀ ਹੈ, ਉਹਨਾਂ ਦੀ ਉਮਰ ਹੈਗੀ ਬੱਚੋ 23 ਸਾਲ, ਠੀਕ ਹੈ ਦੇਖੋ। ਤੇ ਉਸ ਤੋਂ ਬਾਅਦ ਉਹਨਾਂ ਨੇ ਪੁੱਛਿਆ ਰੇਂਜ, ਰੇਂਜ ਦਾ ਮਤਲਬ ਹੁੰਦਾ ਹੈ ਬੱਚੋ ਵਿਚਲਨ ਸੀਮਾ, ਠੀਕ ਹੈ। ਕੀ ਹੁੰਦਾ ਹੈ, ਵਿਚਲਨ ਸੀਮਾ। ਵਿਚਲਨ ਸੀਮਾ ਹੁੰਦਾ ਸਭ ਤੋਂ ਵੱਡੀ ਉਮਰ ਇੱਥੇ ਆਣੀ ਹੈ ਮਾਈਨਸ ਸਭ ਤੋਂ ਛੋਟੀ, ਦੋਨਾਂ ਨੂੰ ਮਾਈਨਸ ਕਰਨਾ ਹੈ, ਇਹਨੂੰ ਵਿਚਲਨ ਸੀਮਾ ਕਹਿੰਦੇ ਨੇ, ਯਾਨੀ ਕਿ ਰੇਂਜ ਆਖਦੇ ਹਨ। ਤਾਂ ਰੇਂਜ ਕਿੱਦਾਂ ਫਾਈਂਡ ਆਊਟ ਹੋਊਗੀ, 54 ਮਾਈਨਸ 23 ਬਰਾਬਰ ਇੱਥੋਂ ਬੱਚੋ ਤੁਹਾਨੂੰ 31 ਪ੍ਰਾਪਤ ਹੋਵੇਗਾ, ਠੀਕ ਹੈ। ਉਸ ਤੋਂ ਬਾਅਦ ਲਾਸਟ ਵਿੱਚ ਤੁਸੀਂ ਇਹਦਾ ਮੀਨ ਫਾਈਂਡ ਆਊਟ ਕਰਨਾ। ਤਾਂ ਮੀਨ ਫਾਈਂਡ ਕਰਨ ਲਈ ਅਸੀਂ ਕੀ ਕਰਾਂਗੇ, ਸਾਰੇ ਅਧਿਆਪਕਾਂ ਦਾ ਉਮਰਾਂ ਦਾ ਜੋੜ, ਯਾਨੀ ਕਿ ਇਹਦੇ ਵਿੱਚ 32 ਜਮਾ 41 ਜਮਾ 28 ਜਮਾ 54 ਜਮਾ 35 ਜਮਾ 26 ਜਮਾ 23, ਠੀਕ ਹੈ। ਨਾਲ ਆ ਜਾਣਾ 33 ਜਮਾ 38 ਜਮਾ 40, ਸਾਰਿਆਂ ਨੂੰ ਜੋੜਨ ਤੋਂ ਬਾਅਦ ਬਟਾ ਤੁਸੀਂ 10 ਕਰ ਦੇਣਾ। ਜੋੜ ਕੇ ਤੁਹਾਨੂੰ 350 ਪ੍ਰਾਪਤ ਹੋਏਗਾ। 350 ਬਟਾ 10 35 ਦੇ ਬਰਾਬਰ ਆਏਗਾ। ਤਾਂ ਔਸਤਨ ਉਮਰ ਜਿਹੜੀ ਹੈ ਉਹ 35 ਸਾਲ ਹੈ, ਠੀਕ ਹੈ। ਤਾਂ ਇਹ ਵਿੱਚੋਂ ਆਨਸਰ ਆਏਗਾ। ਇੱਥੇ ਨਾਲ ਤੁਸੀਂ ਸਾਲ ਜ਼ਰੂਰ ਲਿਖਣਾ ਹੈ, ਠੀਕ ਹੈ। ਕੀ ਲਿਖਣਾ ਹੈ, ਸਾਲ, ਓਕੇ। ਉਸ ਤੋਂ ਬਾਅਦ ਵਿਦਿਆਰਥੀਓ ਇਹਦਾ 5th ਸਮ ਹੈਗਾ, ਲਾਸਟ ਸਮ ਆ। ਇਹ ਹੈਗਾ ਕਿ ਇੱਕ ਸ਼ਹਿਰ ਵਿੱਚ ਕਿਸੇ ਖਾਸ ਹਫ਼ਤੇ ਵਿੱਚ ਦੇ 7 ਦਿਨਾਂ ਵਿੱਚ ਹੋਈ ਵਰਖਾ ਹੇਠ ਲਿਖੇ ਅਨੁਸਾਰ ਹੈ। ਵਰਖਾ ਦੀ ਵਿੱਚੋਂ ਸਭ ਤੋਂ ਜ਼ਿਆਦਾ ਲੋੜ ਹੈ ਇਸ ਟਾਈਮ। ਤਾਂ ਵਰਖਾ ਜਿਹੜੀ ਆ ਉਹ ਮਿਲੀਮੀਟਰਾਂ ਦੇ ਵਿੱਚ ਮਾਪੀ ਗਈ ਹੈ। ਦੇਖੋ ਮੰਡੇ 0.01 ਜਿਹੜੀ ਮਿਲੀਮੀਟਰ ਵਰਖਾ ਹੋਈ, ਮੰਗਲਵਾਰ 12.2 ਹੈ, ਬੁੱਧਵਾਰ 2.1, ਵੀਰਵਾਰ ਹੋਈ ਨਹੀਂ। ਉਸ ਤੋਂ ਬਾਅਦ ਸ਼ੁੱਕਰਵਾਰ 20.5, ਸ਼ਨੀਵਾਰ 5.5 ਤੇ ਐਤਵਾਰ 1, ਠੀਕ ਹੈ। ਤਾਂ ਸਭ ਤੋਂ ਪਹਿਲਾ ਕੰਮ ਕੀ ਹੈ, ਇਹਨੂੰ ਵਿੱਚੋਂ ਅਸੈਂਡਿੰਗ ਆਰਡਰ ਦੇ ਵਿੱਚ ਅਰੇਂਜ ਕਰਨਾ ਹੈ। ਉਪਰੋਕਤ ਅੰਕੜਿਆਂ ਵਿੱਚ ਵਰਖਾ ਦੀ ਵਿਚਲਨ ਸੀਮਾ ਪਤਾ ਕਰਨੀ, ਉਹਦੇ ਲਈ ਤੁਸੀਂ ਇਹਨੂੰ ਅਸੈਂਡਿੰਗ ਆਰਡਰ 'ਚ ਲਿਖੋਗੇ। ਸਭ ਤੋਂ ਪਹਿਲਾਂ ਆਣਾ 0, ਠੀਕ ਹੈ। ਉਸ ਤੋਂ ਬਾਅਦ ਕੀ ਆਏਗਾ 0.01, ਠੀਕ ਹੈ। ਉਸ ਤੋਂ ਬਾਅਦ ਵਿਦਿਆਰਥੀਓ ਆਏਗਾ 1, ਠੀਕ ਹੈ। ਉਸ ਤੋਂ ਬਾਅਦ ਵਿਦਿਆਰਥੀਓ ਦੇ ਵਿੱਚ ਆ ਜਾਏਗਾ 2.1, ਓਕੇ। ਉਸ ਤੋਂ ਬਾਅਦ 5.5 ਤੇ ਵਿਦਿਆਰਥੀਓ 5.5 ਤੋਂ ਬਾਅਦ 12 ਠੀਕ ਹੈ 12.2 ਤੇ ਉਸ ਤੋਂ ਬਾਅਦ ਆ ਜਾਏਗਾ 20.5, ਠੀਕ ਹੈ। ਵਿਚਲਨ ਸੀਮਾ ਕੱਢਣੀ ਹੈ, ਯਾਨੀ ਕਿ ਰੇਂਜ ਦਾ ਮਤਲਬ ਹੁੰਦਾ ਹੈ ਵਿਚਲਨ ਸੀਮਾ। ਉਹ ਕੀ ਹੈ, ਵੱਡੀ ਵੈਲਿਊ ਇਹਦੇ ਵਿੱਚ 20.5 ਜੋ ਕਿ ਸ਼ੁੱਕਰਵਾਰ ਨੂੰ ਇੰਨੇ ਸੈਂਟੀਮੀਟਰ 20.5 ਮਿਲੀਮੀਟਰ ਜਿਹੜੀ ਹੈ ਵਰਖਾ ਹੋਈ ਹੈ, ਤੇ ਵਿੱਚੋਂ ਵੀਰਵਾਰ ਨੂੰ ਹੋਈ ਨਹੀਂ। ਦੋਨਾਂ ਦਾ ਡਿਫਰੈਂਸ ਕਿੰਨਾ ਆ ਗਿਆ 20.5, ਤੋਂ ਇਹ ਵਿਚਲਨ ਸੀਮਾ ਆ ਗਈ, ਠੀਕ ਹੈ। ਉਸ ਤੋਂ ਬਾਅਦ ਤੁਹਾਨੂੰ ਇਹਦਾ ਮੀਨ ਫਾਲ ਪੁੱਛਿਆ ਹੈ। ਮੀਨ ਫਾਲ ਜਿਹੜਾ ਹੈ ਉਹ ਕਿੱਦਾਂ ਕੱਢਣਾ, ਸਾਰਿਆਂ ਨੂੰ ਐਡ ਕਰ ਦਿਓ। 0.01 ਇਹਨੂੰ ਐਡ ਕਰਨ ਲੱਗੇ ਧਿਆਨ ਰੱਖਣਾ 0.01। ਉਸ ਤੋਂ ਬਾਅਦ ਨੈਕਸਟ ਹੈਗਾ 12.2, ਠੀਕ ਹੈ। ਉਸ ਤੋਂ ਬਾਅਦ 2.1, ਠੀਕ ਹੈ। ਇਸ ਤਰ੍ਹਾਂ ਲਿਖਣਾ, ਪੁਆਇੰਟ ਦੇ ਸਾਹਮਣੇ ਪੁਆਇੰਟ ਰੱਖਣੇ ਆ। ਇਹ ਬੱਚੇ ਆਮ ਗਲਤੀ ਕਰਦੇ ਨੇ। 20 ਪੁਆਇੰਟ, ਫਿਰ 5.5, ਉਸ ਤੋਂ ਬਾਅਦ 1.1, ਸਾਰਿਆਂ ਨੂੰ ਜੋੜਨ ਤੇ ਤੁਹਾਨੂੰ ਪ੍ਰਾਪਤ ਹੋਏਗਾ 41.31, ਠੀਕ ਹੈ। ਇਸ ਤਰ੍ਹਾਂ ਜੋੜਨਾ ਹੈ ਇਹਨੂੰ ਇੱਦਾਂ, ਔਰ ਇੱਥੇ 0 ਲਗਾ ਲੈਣੀ ਹੈ, 0 0 0 0, ਠੀਕ ਹੈ। ਇੱਥੇ 1 ਆ ਗਿਆ, 2 ਜਮਾ 1 ਕਿੰਨੇ ਬਣ ਗਏ, ਇਹ 5 ਜਮਾ 5 10, 10 ਤੇ 1 11, 11 ਤੇ 2 ਕਿੰਨੇ ਹੋ ਗਏ 13, ਠੀਕ ਹੈ। ਤਾਂ 3 1 ਕੈਰੀ ਹੋ ਗਿਆ, 3 ਇੱਥੇ ਲੱਗ ਗਿਆ, ਬਾਕੀ ਇਹਨਾਂ ਨੂੰ ਜੋੜਨ ਤੇ ਤੁਹਾਨੂੰ 40 ਜਮਾ 1 41 ਪ੍ਰਾਪਤ ਹੋਵੇਗਾ। ਤਾਂ ਔਸਤਨ ਕਿੱਦਾਂ ਕੱਢਣੀ ਹੈ, ਔਸਤਨ ਕੱਢਣ ਲਈ ਕੀ ਫਾਰਮੂਲਾ ਲੱਗੂਗਾ, ਜੋ ਸਾਰੀ ਵਰਖਾਵਾਂ ਦੇ ਜੋੜ ਜੋ ਕਿ ਵਿੱਚੋਂ ਸਾਨੂੰ ਮਿਲਿਆ 41.31 ਬਟਾ 7, ਇਹ ਆ ਗਿਆ 5.9 ਮਿਲੀਮੀਟਰ, ਠੀਕ ਹੈ। ਤਾਂ ਬੱਚੋ ਕਿੰਨੇ ਦਿਨ, ਅਗਲਾ ਇਹਦੇ ਵਿੱਚ ਕੁਐਸਚਨ ਇੱਕ ਹੋਰ ਹੈ ਕਿ ਕਿੰਨੇ ਦਿਨ ਵਰਖਾ ਮੱਧਮਾਨ ਵਰਖਾ ਤੋਂ ਘੱਟ ਰਹੀ। ਮੱਧਮਾਨ ਵਰਖਾ ਕਿੰਨੀ ਆਈ 5.9, ਕਿਹੜੇ ਦਿਨ ਆ ਦੇਖੋ, ਸੋਮਵਾਰ, ਬੁੱਧਵਾਰ, ਵੀਰਵਾਰ ਤੇ ਹੋਰ ਸ਼ਨੀਵਾਰ। ਇਹਦਾ ਮਤਲਬ ਸ਼ਨੀਵਾਰ ਤੇ ਐਤਵਾਰ, ਯਾਨੀ ਕਿ 5 ਆਨਸਰ ਆਏਗਾ, 5 ਦਿਨ, ਠੀਕ ਹੈ। ਲਾਸਟ ਇਹਦਾ ਜਿਹੜਾ ਤੀਜਾ ਕੁਐਸਚਨ ਹੈਗਾ ਉਹਦਾ ਆਨਸਰ ਆਣਾ 5 ਦਿਨ, ਓਕੇ। ਸੋ ਇਹ ਬੱਚੋ ਹੁਣ ਤੁਸੀਂ ਕਾਪੀ ਤੇ ਕਰ ਲੈਣਾ ਐਕਸਰਸਾਈਜ਼ ਨੰਬਰ 3.1।